किसानी मंगां मन्ने जाण ते किसानी अंदोलन की जिੱਤ की खुशी विच मोगा मेन चौक धरनाकारियों वालों मेन चौक विच भंगड़े पा के अते लड्डू वंड के खुशी मनाई गई। इस मौके धरने के सरप्रस्त डॉक्टर कुलदीप सिंह गिल वालों इस अंदोलन विच सहयोग देने वाले सारे सज्जना मित्रों का धन्यवाद किया गया अते वख-वख बुलारियां ने अपने अपने विचार पेश किए। आओ वेखिए जिੱਤ ਦੇ ਜਸ਼ਨਾਂ ਦੀਆਂ ਝਲਕੀਆਂ। ਸਾਡੇ बहुत ही सत्कारयोग किसान भरावो, साडियां किसान भैणां, मजदूर मुलाजम ਅਤੇ ਵੱਖ-ਵੱਖ वर्गां ਦੇ ਨਾਲ ਸੰਬੰਧਿਤ ਜਿੰਨੇ ਵੀ ਸਾਡੇ ਵੀਰ हर रोज़ ਇਹ ਧਰਨੇ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੋ ਇਹ ਧਰਨਾ ਲੜਿਆ ਗਿਆ ਸੀ, ਇਹ ਸੰਘਰਸ਼ ਲੜਿਆ ਗਿਆ ਸੀ, ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਸੀ ਉਹ ਇਹ ਸੀ ਕਿ ਅਸੀਂ ਏਕਾ ਵਿਖਾਇਆ ਔਰ ਏਕੇ ਤੋਂ ਬਿਨਾ ਕੋਈ ਵੀ ਸੰਘਰਸ਼ ਜਿੱਤਿਆ ਨਹੀਂ ਜਾਂਦਾ ਕਿਉਂਕਿ ਹਰ ਇੱਕ ਇਨਸਾਨ ਦਾ ਇਹੀ ਟੀਚਾ ਸੀ ਕਿ ਜੋ ਭਾਰਤ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਲਿਆਂਦੇ ਗਏ ਹੈ ਅਸੀਂ ਇਹਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ ਅਤੇ ਜਿਹੜੇ ਸਾਡੇ ਆਪਣੇ ਮਤਭੇਦ ਹੈ ਉਹ ਬਿਲਕੁਲ ਵੀ ਉਜਾਗਰ ਨਹੀਂ ਕੀਤੇ ਜਾਣਗੇ। ਇਸੇ ਕਰਕੇ ਹੀ ਸਾਡੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਹੋਇਆ ਸੰਘਰਸ਼ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਫੈਲਿਆ ਔਰ ਇਹ ਸੰਘਰਸ਼ ਦੀ ਇੰਨੀ ਕੁ ਜ਼ਿਆਦਾ ਹਮਾਇਤ ਹੋਈ ਕਿ ਇਸ ਨੂੰ ਜਿਤਾਉਣ ਵਾਸਤੇ मैं तो कहूँगा भी कुदरत ने ही अपना योगदान पाया ਤਾਂ ही असी ये संघर्ष जिते क्योंकि दुनिया का यह संघर्ष बहुत विलक्षण संघर्ष सी जिहदे विच इन्नी शांति बना के रखी गई और एडा वड्डा संघर्ष इन्ना लंबा संघर्ष जिन्हें ये हैंकड़ सरकार जो हिटलर की सरकार मोदी सरकार सी इनू वापस आने वास्ते मजबूर कर दिता और उही जो मोदी कहता सी कि जो मैं कानून लैन दे उन्होंने वापस नहीं करांगा तो इसे मोदी ने साडे किसानां कोलों नाले माफ़ी मंगी अते नाले ये कानून वापस लए। इस तरह असीं ये संघर्ष है जिहड़ा गुरु महाराज की कृपा दे नाल जित लिया और जिहदे अज जश्न मनाए जा रहे हैं। असीं बेनती करते हैं कि सानू जिन्हां लोगों ने सहायता दी है, जिन्हां लोगों ने संघर्ष में योगदान पाया है, उन्हां दा तहे दिलों धन्नवाद है। साडे किसान वीर भैणां जिस तरह दशमेश पार्क चों आए हो, बस्ती गोबिंदगढ़ चों ही संगत आई आ, जो जिन्ने भी साडे सहयोगी सज्जन आए आ मेन चौक धरने दे विच शामिल होण ते सारियां दा बहुत बहुत धन्नवाद। और मैं खास करके मोगा पुलिस प्रशासन का भी धन्नवाद करना चाहना कि उन्होंने पिछले लगभग 1 साल तो साडे इस संघर्ष दौरान सानू बहुत ही सहयोग दिता, उन्हों का भी बहुत बहुत धन्नवाद। और दूजा जिहड़ा धन्नवाद आ अदारा महक वतन के चीफ एडिटर पवनदीप जी पुरबा जी का, इन्होंने भी साडे
ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕੀਤੀ ਬੁਲਾਇਆ ਔਰ ਇਹਨਾਂ ਨੇ ਸਾਡੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਸਾਰਿਆਂ ਨੇ ਹੁਣ ਅਸੀਂ ਖੁਸ਼ੀ ਦਾ ਧੰਨਵਾਦ ਜਸ਼ਨ ਮਨਾਉਣਾ। ਸੋ ਇੱਥੇ ਆਇਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਜਿਸ ਤਰ੍ਹਾਂ ਅੱਜ ਸਾਨੂੰ ਇਹ ਮੀਡੀਆ ਤੋਂ ਪਤਾ ਲੱਗਾ ਉਹਨਾਂ ਨੇ ਆਪਦੇ ਘਰਾਂ ਨੂੰ ਆਉਣਾ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਡਾਕਟਰ ਅਮਰੀਕਾ ਤੋਂ ਡਾਕਟਰ ਸਵਾਏ ਮਾਨ ਸਿੰਘ ਆ, ਉਹਨਾਂ ਨੇ ਇੱਕ ਹਦਾਇਤ ਭੇਜੀ ਆ ਆਪਦੀ ਵੀਡੀਓ ਰਾਹੀਂ ਵੀ ਜਿਹੜੇ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਜਦੋਂ ਸਾਡੇ ਕੋਲ ਇੱਥੇ ਆਉਣਗੇ, ਘਰਾਂ ਦੇ ਵਿੱਚ ਆਉਣਗੇ, ਸ਼ਹਿਰਾਂ 'ਚ ਪਿੰਡਾਂ 'ਚ, ਉਹਨਾਂ ਯੋਧਿਆਂ ਦੀ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ ਹੈ। ਸੋ ਇਹ ਸਾਰਿਆਂ ਨੂੰ ਇਹ ਬੇਨਤੀ ਆ ਵੀ ਉਹਨਾਂ ਦਾ ਸਾਰੇ ਯੋਧਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਧੰਨਵਾਦ ਕਰਨਾ ਹੈ। ਅੱਜ ਜਿਸ ਤਰ੍ਹਾਂ ਹੁਕਮ ਹੋਇਆ ਕਿ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਬੁਲਾਰੇ ਸਾਡੇ ਬਹੁਤ ਜ਼ਿਆਦਾ ਹੈ। ਅੱਜ ਸਿਰਫ ਅੱਜ ਖੁਸ਼ੀਆਂ ਦਾ ਦਿਨ ਹੈ, ਅੱਜ ਸਾਡਾ ਧੰਨਵਾਦ ਕਰਨ ਦਾ ਦਿਨ ਹੈ। ਅੱਜ ਧੰਨਵਾਦ ਕਿਸੇ ਇਕੱਲੇ ਬੰਦੇ ਦਾ ਨਹੀਂ, ਇਹ ਇਕੱਲੇ ਬੰਦੇ ਦਾ ਹੈ। ਇਹ ਸਭ ਦਾ ਧੰਨਵਾਦ ਹੈ। ਇਹ ਜਿਹੜੇ ਬੰਦਿਆਂ ਨੇ ਵੀ ਭਾਵੇਂ 1% ਯੋਗਦਾਨ ਪਾਇਆ, ਭਾਵੇਂ 2% ਯੋਗਦਾਨ ਪਾਇਆ, ਭਾਵੇਂ 100% ਪਾਇਆ, ਅੱਜ ਅਸੀਂ ਧੰਨਵਾਦ ਹਰ ਇੱਕ ਬੰਦੇ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾ ਕੇ ਸਾਨੂੰ ਕਾਮਯਾਬੀ ਦਵਾਈ ਹੈ। ਔਰ ਇਹ ਜਿਹੜੀ ਗੰਦੀ ਮੋਦੀ ਸਰਕਾਰ ਹੈ ਔਰ ਜਿਹੜਾ ਇਹ ਖੇਤੀ ਮੰਤਰੀ ਸੀਗਾ, ਇਹਨਾਂ ਦੇ ਵਿੱਚ ਧੌਣ ਦੇ ਵਿੱਚ ਕਿੱਲਾ ਇਹਨਾਂ ਨੇ ਫਸਾਇਆ ਸੀਗਾ ਔਰ ਸਾਡੇ ਕਿਸਾਨਾਂ ਨੂੰ ਅਤਿਆਚਾਰ ਕਰ ਕਰਕੇ ਪਰੇਸ਼ਾਨ ਕੀਤਾ ਹੋਇਆ ਸੀਗਾ। ਅਸੀਂ ਅੱਜ ਉਸ ਪਰੇਸ਼ਾਨੀ ਤੋਂ ਸੁਰਖਰੂ ਹੋ ਕੇ ਅਸੀਂ ਆਪਣੀ ਜਿਹੜਾ ਇੱਕ ਸਹਿਣਸ਼ੀਲਤਾ ਦਾ ਜਵਾਬ ਦੇ ਕੇ ਇੱਕ ਪੀਸਫੁਲ ਆਪਣਾ ਅੰਦੋਲਨ ਕਰਕੇ ਅਸੀਂ ਲੋਕਾਂ ਨੂੰ ਦਿਖਾ ਦਿੱਤਾ ਕਿ ਅੱਜ ਜਿਹੜਾ ਸ਼ਾਂਤਮਈ ਅੰਦੋਲਨ ਹੈ ਉਹ ਵੀ ਕੀਤੇ ਜਾ ਸਕਦੇ ਆ ਔਰ ਉਹਨਾਂ ਨੂੰ ਵੀ ਜਿੱਤਿਆ ਜਾ ਸਕਦਾ ਹੈ। ਸਾਥੀਓ, ਜਦੋਂ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਹੋਣ ਤੇ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ। ਇਸ ਅੰਦੋਲਨ ਨੇ ਇੱਕ ਨਵੀਆਂ ਪਿਰਤਾਂ ਪਾ ਦਿੱਤੀਆਂ, ਨਵਾਂ ਲੋਕਾਂ ਨੂੰ ਸਬਕ ਸਿਖਾ ਦਿੱਤੇ ਆ ਕਿ ਇੱਕ ਤਾਂ ਜਿਹੜੇ ਸਾਡੇ ਬਜ਼ੁਰਗ ਭਾਈ ਆ, ਸਾਡੇ ਜਿਹੜੇ ਜ਼ਿਮੀਂਦਾਰ ਭਰਾ ਹੈ, ਇਹਨਾਂ ਦੇ ਵਿੱਚ ਬਹੁਤ ਵੱਡੀ ਯੋਗਤਾ ਹੈਗੀ ਆ, ਇਹਨਾਂ ਦੇ ਵਿੱਚ ਸਹਿਣਸ਼ੀਲਤਾ ਹੈਗੀ ਆ, ਇਹਨਾਂ ਨੂੰ ਇੱਕ ਰਾਹ ਦਿਖਾਉਣਾ ਆਉਂਦਾ ਔਰ ਉੱਥੇ ਹੀ ਅਸੀਂ ਉਸ ਨੌਜਵਾਨ ਕਿਸਾਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਜਿਹੜਾ ਕਦੇ ਜੋਸ਼ ਜਿਹੜਾ ਉਹ ਨਹੀਂ ਗਵਾਇਆ ਔਰ ਹੋਸ਼ ਨੂੰ ਹਮੇਸ਼ਾ ਜਿਹੜੇ ਉਹਨਾਂ ਦੇ ਬਜ਼ੁਰਗਾਂ ਨੇ ਦਿੱਤਾ ਸੀ ਉਸ ਹੋਸ਼ ਨੂੰ ਕਾਇਮ ਰੱਖਿਆ। ਮਜ਼ਦੂਰ ਮੁਲਾਜ਼ਮ ਏਕਤਾ, ਮਜ਼ਦੂਰ ਮੁਲਾਜ਼ਮ ਏਕਤਾ, ਸਾਡਾ ਏਕਾ, ਕਿਸਾਨੋ ਤੁਹਾਡੀ ਸੋਚ ਤੇ, ਸ਼ਹੀਦੋ ਤੁਹਾਡੀ ਸੋਚ ਤੇ, ਇਨਕਲਾਬ ਇਨਕਲਾਬ, ਜੈ ਜਵਾਨ ਜੈ ਜਵਾਨ। ਅੱਜ ਦਾ ਦਿਹਾੜਾ ਵਾਕਈ ਬੜੀ ਖੁਸ਼ੀ ਦਾ ਹੈ ਔਰ ਇਹ ਖੁਸ਼ੀ ਸਾਨੂੰ ਬਹੁਤ ਵੱਡੀ ਕੀਮਤਾਂ ਚੁਕਾ ਕੇ ਮਿਲੀ ਹੈ। ਸਾਡੇ ਇਸ ਪਰਿਵਾਰ ਚੋਂ 700 ਮੈਂਬਰ ਤਕਰੀਬਨ ਸਾਡੇ ਤੋਂ ਦੂਰ ਚਲੇ ਗਏ ਨੇ, ਉਹ ਇਸ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਲਈ ਰਹਿਣਗੇ। ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਕਦੀ ਨਹੀਂ ਭੁਲਾ ਸਕਾਂਗੇ। ਉਹਨਾਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਸਾਡੀ ਜਿੱਤ ਪ੍ਰਾਪਤ ਹੋਈ ਹੈ। ਸਾਨੂੰ ਇੱਕ ਵਾਰ ਫੇਰ ਅੱਜ ਸਾਡੀ ਕੌਮ ਨੇ ਇਹ ਦਿਖਾਤਾ ਹੈ ਕਿ ਸਾਡੇ 'ਚ ਇੱਕ ਹੈ, ਭਾਈਚਾਰਾ ਹੈ ਤੇ ਸਾਨੂੰ ਕੋਈ ਹਰਾ ਨਹੀਂ ਸਕਦਾ। ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੇ ਅੱਖਰਾਂ 'ਚ ਸਾਡੀ ਇਹ ਜਿੱਤ ਦਰਜ ਕੀਤੀ ਜਾਵੇਗੀ ਔਰ ਸਾਨੂੰ ਫਖਰ ਹੈ ਸਾਡੇ ਉਹਨਾਂ ਭਰਾਵਾਂ ਤੇ, ਕਿਸਾਨ ਭਰਾਵਾਂ ਤੇ, ਨੌਜਵਾਨਾਂ ਤੇ ਜਿਹੜੇ ਪਿਛਲੇ 14 ਮਹੀਨਿਆਂ ਤੋਂ ਸਿੰਘੂ ਅਤੇ ਟਿਕਰੀ ਬਾਰਡਰ ਤੇ ਡਟੇ ਹੋਏ ਨੇ। ਸੋ ਹੋਰ ਵੀ ਬੁਲਾਰੇ ਬਹੁਤ ਨੇ, ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ।
चार के नारे मैं जरूर लगाऊंगा तो तुसी मेरा साथ देना है। किसान मजदूर एकता जिंदाबाद, किसान मजदूर एकता जिंदाबाद, संयुक्त किसान मोर्चा जिंदाबाद, किसान मजदूर एकता जिंदाबाद, किसान मजदूर एकता जिंदाबाद। धन्यवाद जी। अति सत्कारत साथियों, ये ਜਿਹੜੇ ਕਾਨੂੰਨ ਦੀ ਜਿੱਤ ਹੋਈ ਆ, ਇਹ ਕਿਸੇ ਇਕੱਲੇ ਕਿਸਾਨਾਂ ਦੀ ਜਿੱਤ ਨਹੀਂ, ਕਿਸੇ ਇੱਕ ਵਰਗ ਦੀ ਜਿੱਤ ਨਹੀਂ, ਕਿਸੇ ਇਕੱਲੇ ਜੱਟਾਂ ਦੀ ਜਿੱਤ ਨਹੀਂ। ਜਿਵੇਂ ਆਮ ਲੋਕਾਂ 'ਚ ਪਹਿਲਾਂ ਵੀ ਭਰਮ ਸੀ, ਹੁਣ ਵੀ ਭਰਮ ਹੈ। ਇਹ ਉਸ ਹੰਕਾਰ ਦੇ ਵਿਰੁੱਧ ਇੱਕ ਸ਼ਾਂਤਮਈ ਗਰੀਬ ਤਬਕੇ ਦੀ ਜਿੱਤ ਸੀ, ਜਿਹੜੀ ਕਿ ਆਪਾਂ ਨੂੰ ਸਾਲ ਭਰ ਲੜਨੀ ਪਈ। 700 ਤੋਂ ਵੱਧ ਸਾਡੇ ਸਾਥੀ ਜਿਹੜੇ ਸ਼ਹੀਦ ਹੋਏ, ਲੱਖਾਂ ਰੁਪਈਆ ਸਾਡਾ ਖਰਚ ਹੋਇਆ, ਘਰੋਂ ਬੇਘਰ ਹੋਏ। ਪਰ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਅਸੀਂ ਆਪਦਾ ਸੰਘਰਸ਼ਮਈ ਜਿੱਤ ਜਿੱਤੇ ਆ। ਨਾਲ ਇੱਕ ਅਸੀਂ ਨਵੀਆਂ ਪੀੜ੍ਹੀਆਂ ਨੂੰ ਇੱਕ ਨਵਾਂ ਸੁਨੇਹਾ ਇਹ ਦੇਣਾ ਚਾਹੁੰਦੇ ਆ ਕਿ ਜਿੱਤ ਹਮੇਸ਼ਾ ਲੜ ਕੇ ਸ਼ਾਂਤਮਈ ਤਰੀਕੇ ਨਾਲ ਜਿੱਤੇ ਜਾਂਦੇ। ਅਸੀਂ ਇਹ ਪਹਿਲੀ ਜਿੱਤ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਜਿੱਤ ਹੈ ਜਿਹੜੀ ਸ਼ਾਂਤਮਈ ਸੀ। ਸਰਕਾਰ ਨੇ ਇਹਨੂੰ ਡਿਸਟਰਬ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ, ਸਰਕਾਰ ਇਹਦੇ ਵਿੱਚ ਨਾਕਾਮਯਾਬ ਹੋਈ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਸਾਨੂੰ ਇਸ ਸੰਘਰਸ਼ ਨੂੰ ਖਤਮ ਕਰਨ ਲੱਗਿਆ ਵੱਖ-ਵੱਖ ਹੱਥਕੰਡੇ ਅਪਣਾਏ, ਪਰ ਅਸੀਂ ਫਿਰ ਵੀ ਆਪਦੇ ਸਾਡੇ ਜਿਹੜੇ ਲੀਡਰ ਸੀ ਜਿਨ੍ਹਾਂ ਤੇ ਸਾਨੂੰ ਭਰੋਸਾ, ਉਹ ਸਾਨੂੰ ਪੂਰੇ ਆਪਦੇ ਕਿਨਾਰੇ ਤੱਕ ਲੈ ਕੇ ਗਏ, ਗਾਂ ਅੱਗੇ ਵੀ ਲੈ ਕੇ ਜਾਣਗੇ, ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ। ਨਾਲ ਇਸ ਜਿੱਤ ਦੇ ਨਾਲ ਦੋ ਜਿੱਤਾਂ ਸਾਡੀਆਂ ਹੋਰ ਹੋਈਆਂ। ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਪੋਲੀਟਿਕਸ ਲੋਕ ਨੇ, ਭਾਵੇਂ ਉਹ ਕੋਈ ਵੀ ਪਾਰਟੀ ਹੋਵੇ, ਉਹਨਾਂ ਲੋਕਾਂ ਨੇ ਸਾਡੇ ਪੰਜਾਬ, ਹਰਿਆਣਾ, ਯੂਪੀ ਦੇ ਵਿੱਚ ਨਫ਼ਰਤ ਪੈਦਾ ਕੀਤੀ। ਇਸ ਸਾਡੇ ਮੋਰਚੇ ਨੇ ਉਹ ਨਫ਼ਰਤ ਖਤਮ ਕੀਤੀ, ਆਮ ਲੋਕਾਂ ਨੂੰ ਜਾਗਰੂਕ ਕੀਤਾ। ਮੈਂ ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਸਾਥੀਆਂ ਨੂੰ, ਸਾਰੀਆਂ ਕਿਸਾਨ ਯੂਨੀਅਨਾਂ ਨੂੰ ਇਸ ਗੱਲ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਸਾਰਿਆਂ ਦੀ ਇਕੱਲੇ ਵਰਗ ਦੀ ਜਿੱਤ ਹੈ, ਜਿਨਨੇ ਇਸ ਗੱਲ ਦੀ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ। ਜਿਨਨੇ ਨਹੀਂ ਵੀ ਮਾਰਿਆ, ਅਸੀਂ ਉਹਦੇ ਲਈ ਵੀ ਧੰਨਵਾਦ ਕਰਦੇ ਹਾਂ। ਅਸੀਂ ਅਗਾਂਹ ਤੋਂ ਵੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਅਪੀਲ ਕਰਾਂਗੇ ਕਿ ਜਿਹੜਾ ਵੀ ਉਹ ਸਾਨੂੰ ਨਿਸ਼ਾਨਾ ਦੇਣਗੇ ਜਾਂ ਜਿਹੜੀ ਸੰਘਰਸ਼ ਦੀ ਰੂਪਰੇਖਾ ਦੇਣਗੇ, ਉਹ ਅਸੀਂ ਆਪਦੇ ਮੋਗੇ ਸ਼ਹਿਰ ਦੇ ਵਿੱਚ ਇਸ ਚੌਂਕ ਦੇ ਥੱਲੇ ਡਾਕਟਰ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਉਹਨੂੰ ਇਨ ਬਿਨ ਲਾਗੂ ਕਰਾਂਗੇ। ਜੈ ਜਨਤਾ, ਜੈ ਸੰਘਰਸ਼, ਜਿੱਤ ਲੋਕਾਂ ਦੀ। ਇਹ ਸੰਘਰਸ਼ ਜਿਵੇਂ ਜਿੱਤਿਆ ਗਿਆ ਜਾਂ ਜਿਸ ਤਰੀਕੇ ਦੇ ਨਾਲ ਇਹ ਸੰਘਰਸ਼ ਚੱਲਿਆ, ਉਹਦੇ ਬਾਰੇ ਸਭ ਨੂੰ ਪਤਾ, ਬਾਹਲਾ ਦੱਸਣ ਦੀ ਲੋੜ ਨਹੀਂ। ਪਰ ਜਿਨ੍ਹਾਂ ਲੋਕਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ, ਉਹਨਾਂ ਦਾ ਰੋਮ ਸਾਡੇ ਵੱਲੋਂ ਧੰਨਵਾਦ। ਔਰ ਜਿਨ੍ਹਾਂ ਲੋਕਾਂ ਨੇ ਸਾਨੂੰ ਕਈ ਵਾਰ ਇੱਥੇ ਹੱਥ ਖੜੇ ਕਰਕੇ ਵੀ ਜਾਂਦੇ ਸੀ, ਉਹਨਾਂ ਦਾ ਵੀ ਧੰਨਵਾਦ। ਪਰ ਕਈ ਲੋਕ ਜੋ ਇਸ ਤਰ੍ਹਾਂ ਵੀ ਕਹਿੰਦੇ ਸੀ ਕਿ ਇਹ ਕੀ ਕਰ ਲੈਣਗੇ, ਇਹ ਤਾਂ 5-7 ਜਾਣੇ ਹੈ, ਜਾਂ ਦਿੱਲੀ 'ਚ ਜਿਹੜੇ ਬੈਠੇ ਉਹ ਕੀ ਕਰ ਲੈਣਗੇ। ਦੂਜੇ ਪਾਸੇ ਮੋਦੀ ਹੈ, ਮੋਦੀ ਮੰਨਦਾ ਨਹੀਂ, ਪਰ ਮੋਦੀ ਨੂੰ ਅਖੀਰ ਤੇ ਝੁਕਣ ਵਾਸਤੇ ਮਜਬੂਰ ਕੀਤਾ। ਮੋਦੀ ਨੂੰ ਸਾਡੇ ਇਤਿਹਾਸ ਬਾਰੇ ਨਹੀਂ ਸੀ ਪਤਾ, ਨਾਲੇ ਉਹਨੂੰ ਇਤਿਹਾਸ ਦਾ ਪਤਾ ਲੱਗ ਗਿਆ। ਔਰ ਨਾਲੇ ਸਭ ਤੋਂ ਵਧੀਆ ਜਿਹੜਾ ਮੋਦੀ ਨੇ ਕੰਮ ਕੀਤਾ ਉਹ ਇਹ ਕੀਤਾ ਕਿ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਖਿਲਰੀਆਂ ਹੋਈਆਂ ਸੀ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਖੜਾ ਕੀਤਾ। ਔਰ ਅੱਗੇ ਤੋਂ ਇਹ ਦੱਸ ਦਿੱਤਾ ਕਿ ਜੇ ਤੁਸੀਂ ਇਕੱਠੇ ਹੋ ਕੇ ਕਿਸੇ ਵੀ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋਗੇ ਤਾਂ ਜਿਹੜੀ ਕਾਮਯਾਬੀ ਆ ਤੁਹਾਡੇ ਪੈਰ ਚੁੰਮੂਗੀ। ਇਹ ਅਸੀਂ ਉਹਨਾਂ ਨੂੰ ਕਰਕੇ ਵਿਖਾਤਾ ਹੈ। ਔਰ ਦੁਨੀਆ ਦਾ ਸਭ ਤੋਂ ਸ਼ਾਂਤਮਈ ਅੰਦੋਲਨ ਇਹ ਅੰਦੋਲਨ ਸੀ, ਜੋ ਕਿ ਆਉਣ ਵਾਲੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਊਗਾ। ਹੁਣ ਮੈਂ ਬੇਨਤੀ ਕਰੂੰਗਾ ਜਸਲੀਨ ਸੰਘਾ ਜੀ ਨੂੰ ਕਿ ਉਹ 2 ਮਿੰਟ ਵਾਸਤੇ ਆਪਣੇ ਵਿਚਾਰ ਪੇਸ਼ ਕਰਨ। ਜਸਲੀਨ ਸੰਘਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰੇ ਸਾਥੀਓ, ਅੱਜ ਅਸੀਂ ਜੋ ਵੀ ਜਿੱਤ ਹਾਸਿਲ ਕੀਤੀ ਹੈ ਉਹ ਸਾਡੀ ਸਭ ਦੀ ਤੇ ਉਹਨਾਂ ਸਭ ਸਿੱਧਕੀ ਤੇ ਸਿਰੜੀ ਲੋਕਾਂ ਦੀ ਜਿੱਤ ਹੈ, ਜਿਹੜੇ ਆਪਦੇ ਸਿਦਕ ਤੇ ਖਰੇ ਉਤਰੇ ਨੇ ਤੇ ਪਿਛਲੇ 1 ਸਾਲ ਤੋਂ ਸਾਡੇ ਦੇਸ਼ ਦੀ ਸਰਕਾਰ, ਸਾਡੀ ਹਕੂਮਤ ਨੂੰ ਵਾਣੀ ਪਾ ਕੇ ਇਹ ਫੈਸਲਾ ਕਰਨ ਲਈ ਮਜਬੂਰ ਕੀਤਾ ਹੈ, ਜੋ ਕਿ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਜਿਸ ਦੇ ਲਈ ਸਰਕਾਰ ਨੇ ਆਪਣੀ ਨਾਸਮਝੀ ਦੇ ਨਾਲ ਸ਼ਹੀਦੀਆਂ ਵੀ ਲਈਆਂ। ਪਰ ਫਿਰ ਵੀ ਸਾਡੇ ਸਿਦਕ ਦੇ ਪੱਕੇ ਲੋਕ ਇਸ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹਟੇ ਤੇ ਅਸੀਂ ਆਪਣੀ ਇਹ ਜਿੱਤ ਹਾਸਲ ਕੀਤੀ ਹੈ। ਇਹ ਜੋ ਜੰਗ ਹੋਈ ਹੈ, ਇਹ ਹਕੂਮਤ ਦੀ, ਹਾਕਮ ਦੇ ਜ਼ਬਰ ਦੀ, ਸਾਡੇ ਸਬਰ ਦੇ ਨਾਲ
ਜੰਗ ਹੋਈ ਸੀ ਤੇ ਉਸ ਦੇ ਵਿੱਚ ਅਸੀਂ ਜਿੱਤ ਹਾਸਲ ਹੋਈ ਹੈ। ਪਰ ਜੋ ਇਹ ਸਾਨੂੰ ਅੱਜ ਮੁਕਾਮ ਮਿਲਿਆ, ਇਸ ਮੁਕਾਮ ਤੋਂ ਮੈਂ ਸਭ ਤੋਂ ਇਹੀ ਉਮੀਦ ਕਰਾਂਗੀ ਕਿ ਅਸੀਂ ਇਸ ਮੁਕਾਮ ਤੋਂ ਪਿੱਛੇ ਨਾ ਹਟੀਏ, ਬਲਕਿ ਅਸੀਂ ਇਸ ਮੁਕਾਮ ਨੂੰ ਆਪਦੇ ਰਾਸਤੇ ਦਾ ਇੱਕ ਪੜਾਅ ਸਮਝਦੇ ਹੋਏ ਇਸ ਦੇ ਉੱਪਰ ਅੱਗੇ ਚੱਲੀਏ ਤੇ ਅੱਗੇ ਦੀ ਅੱਗੇ ਜਿਸ ਤਰ੍ਹਾਂ ਕਿ ਅਸੀਂ ਸਿਸਟਮ ਦੀਆਂ ਗੱਲਾਂ ਕਰਦੇ ਸੀ, ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਸੀ, ਕਰਪਸ਼ਨ ਦੀ ਗੱਲ ਕਰਦੇ ਸੀ, ਜਾਂ ਜੋ ਸਾਡੇ ਦੇਸ਼ ਦੇ ਵਿੱਚ ਅਨਹੋਣੀ ਜੋ ਚੱਲ ਰਹੀਆਂ ਨੇ ਉਹ ਸਭ ਬਦਲਣ ਦੀਆਂ ਗੱਲਾਂ ਕਰਦੇ ਸੀ। ਉਸ ਰਾਸਤੇ ਤੇ ਚੱਲਣ ਦੇ ਲਈ ਸਾਨੂੰ ਦਿਨ ਬੇ ਦਿਨ ਇਸ ਦੇ ਉੱਤੇ ਕੰਮ ਕਰਨਾ ਪਊਗਾ। ਇਹ ਜਿੱਤ ਇੱਕ ਪੜਾਅ ਹੈ ਤੇ ਇਸ ਪੜਾਅ ਤੋਂ ਅੱਗੇ ਸਾਨੂੰ ਹੋਰ ਪੜਾਅ ਤੇ ਚੱਲਦੇ ਹੋਏ ਵਧਦੇ ਹੋਏ ਇਸ ਮੋਰਚੇ ਨੂੰ ਹੋਰ ਅੱਗੇ ਲਿਜਾਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਜੀ ਗਿੱਲ ਤੇ ਰੋਜ਼ਾਨਾ ਕਿਸਾਨੀ ਧਰਨੇ ਦੇ ਵਿੱਚ ਲਗਾਤਾਰ ਆਪਣਾ ਯੋਗਦਾਨ ਪਾਉਣ ਵਾਲੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ, ਭੈਣੋ, ਬਜ਼ੁਰਗੋ, ਮਾਤਾਓ, ਅੱਜ ਜੋ ਇਸ ਅੰਦੋਲਨ ਦੀ ਜਿੱਤ ਦਾ ਐਲਾਨ ਹੋਇਆ ਹੈ, ਇਹ ਇੱਕ ਇਤਿਹਾਸਕ ਪਲ ਹੈ ਸਾਡੇ ਪੰਜਾਬ ਲਈ ਨਹੀਂ ਬਲਕਿ ਪੂਰੇ ਭਾਰਤ ਲਈ। ਔਰ ਸਮੁੱਚੇ ਭਾਰਤ ਦੇ ਲੋਕਾਂ ਨੇ ਇਕਜੁੱਟ ਹੋ ਕੇ, ਜਿਹਦੇ ਵਿੱਚ ਪੰਜਾਬ ਨੇ ਅਗਵਾਈ ਕੀਤੀ ਔਰ ਸਮੁੱਚੇ ਭਾਰਤ ਦੇ ਕਿਸਾਨਾਂ ਨੇ ਇਕਜੁੱਟ ਹੋ ਕੇ ਇਸ ਅੰਦੋਲਨ ਨੂੰ ਲੜਿਆ ਔਰ ਬੜੇ ਸਬਰ ਦੇ ਨਾਲ, ਠਰਾਂਬੇ ਦੇ ਨਾਲ, ਧੀਰਜ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸੋ ਉਹਨਾਂ ਸਾਰੇ ਸੰਘਰਸ਼ੀ ਲੋਕਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਾਰਸ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਨਾਲ ਦੀ ਨਾਲ ਅਸੀਂ ਉਹਨਾਂ ਯੋਧਿਆਂ ਨੂੰ ਲੱਖ ਲੱਖ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਇਹਨੂੰ ਸਫਲ ਬਣਾਇਆ, ਇਸ ਮਹਾਯੱਗ ਨੂੰ ਸਫਲ ਕੀਤਾ ਹੈ। ਸੋ ਭਾਰਤ ਦੀ ਸਰਕਾਰ ਜੋ ਕਿ ਇੱਕ ਜਿੱਦ ਤੇ ਖੜੀ ਸੀ ਕਿ ਇਹ ਅੰਦੋਲਨ, ਇਹ ਜਿਹੜੀਆਂ ਮੰਗਾਂ, ਇਹ ਕਾਲੇ ਕਾਨੂੰਨ ਕਦੇ ਵੀ ਰੱਦ ਨਹੀਂ ਹੋ ਸਕਦੇ। ਔਰ ਆਮ ਲੋਕਾਂ ਦੇ ਵਿੱਚ ਵੀ ਇਹ ਧਾਰਨਾ ਬਣ ਚੁੱਕੀ ਸੀ ਕਿ ਕਿਸਾਨ ਜਿਹੜੀ ਇੱਕ ਅਜਿਹੀ ਲੜਾਈ ਲੜ ਰਹੇ ਆ, ਇੱਕ ਹਾਰੀ ਹੋਈ ਲੜਾਈ ਲੜ ਰਹੇ ਆ। ਬਹੁਤ ਸਾਰੇ ਲੋਕ ਜਿਹੜੇ ਇਸ ਅੰਦੋਲਨ ਦੇ ਵਿੱਚ ਹਿੱਸਾ ਵੀ ਲੈਂਦੇ ਰਹੇ ਆ, ਉਹਨਾਂ ਦੇ ਚਿਹਰਿਆਂ 'ਤੇ ਵੀ ਨਿਰਾਸ਼ਾ ਛਾ ਗਈ ਸੀ ਇੱਕ ਵੇਲੇ। ਪਰ ਮੈਂ ਕਹਿਣਾ ਚਾਹਾਂਗਾ ਕਿ ਚੜ੍ਹਦੀ ਕਲਾ ਨੇ ਇਸ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਆਂਦਾ ਹੈ ਔਰ ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਔਰ ਇਸ ਅੰਦੋਲਨ ਨੇ ਜਿਹੜੇ ਮੀਲ ਪੱਥਰ ਗੱਡੇ ਹੈ, ਕਿਉਂਕਿ ਇਹ ਅੰਦੋਲਨ ਸਦੀਆਂ ਤੱਕ ਯਾਦ ਰਹੇਗਾ, ਸਿਰਫ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਇਹ ਅੰਦੋਲਨ ਜਿਹੜਾ ਮਸ਼ਹੂਰ ਹੋਇਆ ਔਰ ਜਿਹਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਨਾਮਵਰ ਲੋਕਾਂ ਨੇ ਆਪਣਾ ਯੋਗਦਾਨ ਪਾਇਆ, ਜਿਨ੍ਹਾਂ ਨੇ ਟਵੀਟਾਂ ਦੇ ਰਾਹੀਂ ਜਾਂ ਆਪਣੇ ਸਮਰਥਨ ਜ਼ਾਹਰ ਕਰਕੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ। ਸੋ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਰਹਿ ਕੇ ਵੀ ਕਿਸਾਨਾਂ ਦੇ ਨਾਲ ਦਗਾ ਕੀਤਾ, ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ, ਉਹਨਾਂ ਨੂੰ ਲੱਖ ਲੱਖ ਲਾਹਨਤ। ਕਿਉਂਕਿ ਅਸੀਂ ਅਕਸਰ ਕਹਿੰਦੇ ਆ ਕਿ ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਹੋਏ ਲੋਕਾਂ ਦੀ। ਸੋ ਇਹ ਗੱਲ ਬਿਲਕੁਲ ਸਿੱਧ ਹੋ ਚੁੱਕੀ ਹੈ ਕਿ ਜਿਹੜੇ ਲੋਕ ਲੜਦੇ ਰਹਿਣਗੇ, ਜਿਹੜੇ ਲੋਕ ਸੰਘਰਸ਼ਾਂ ਦੇ ਪਿੜਾਂ ਦੇ ਵਿੱਚ ਰਹਿਣਗੇ, ਉਹਨਾਂ ਦੀ ਜਿੱਤ ਨਿਸ਼ਚਿਤ ਹੈ। ਔਰ ਜਿਹੜੇ ਆਪਣੇ ਹੱਕਾਂ ਲਈ ਕੋਈ ਆਵਾਜ਼ ਨਹੀਂ ਉਠਾਉਣਗੇ, ਉਹਨਾਂ ਦੀ ਹਾਰ ਵੀ ਨਿਸ਼ਚਿਤ ਹੈ। ਸੋ ਇੱਕ ਬਹੁਤ ਵੱਡਾ ਜਿਹੜਾ ਕਹਿ ਲਓ ਕਿ ਵਿਸ਼ਵਾਸ ਬਹਾਲ ਹੋਇਆ ਆਮ ਲੋਕਾਂ ਦਾ ਸੰਘਰਸ਼ਾਂ ਦੇ ਵਿੱਚ। ਔਰ ਉਹਦੇ ਨਾਲ ਨਾਲ ਜਿਹੜੇ ਮੋਦੀ ਦਾ ਮੀਡੀਆ, ਮੋਦੀ ਮੀਡੀਆ ਜਿਹਨੂੰ ਆਪਾਂ ਕਹਿ ਸਕਦੇ ਗੋਦੀ ਮੀਡੀਆ, ਉਹਨਾਂ ਨੂੰ ਇੱਕ ਕਰਾਰਾ ਜਵਾਬ ਵੀ ਮਿਲਿਆ, ਜਿਨ੍ਹਾਂ ਨੇ ਦਿਨ ਰਾਤ ਇਸ ਅੰਦੋਲਨ ਦੇ ਖਿਲਾਫ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਇਸ ਅੰਦੋਲਨ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ, ਭਾਰਤ ਨੂੰ ਫਿਰਕਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ, ਵੱਖ-ਵੱਖ ਜਾਤਾਂ ਧਰਮਾਂ ਦੀਆਂ ਗੱਲਾਂ ਕੀਤੀਆਂ। ਔਰ ਈਵਨ ਕਿਸਾਨ ਅੰਦੋਲਨ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਕਦੇ ਖਾਲਿਸਤਾਨੀ, ਕਦੇ ਨਕਸਲੀ, ਪਤਾ ਨਹੀਂ ਕੀ ਖਿਤਾਬ ਦੇ ਕੇ ਉਹਨਾਂ ਨੇ ਨਵਾਜਿਆ। ਸੋ ਉਸ ਮੀਡੀਆ ਨੂੰ ਵੀ ਹੁਣ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ।
ਉਹਨਾਂ ਦੇ ਐਂਕਰਾਂ ਦੇ ਮੂੰਹ ਦੇਖਣ ਵਾਲੇ ਹੁੰਦੇ ਆ ਪਿਛਲੇ ਕੁਝ ਕੁ ਦਿਨਾਂ ਦੇ। ਉਹ ਜਿਹੜੇ ਇਸ ਅੰਦੋਲਨ ਨੂੰ, ਜਿਹੜੇ ਕਿ ਪਹਿਲਾਂ ਕਿਸਾਨ ਮਾਰੂ ਕਾਨੂੰਨ ਸੀਗੇ, ਉਹਨਾਂ ਨੂੰ ਮੋਦੀ ਦਾ ਮਾਸਟਰ ਸਟ੍ਰੋਕ ਕਹਿ ਰਹੇ ਸੀ, ਹੁਣ ਉਹਨੂੰ ਰੱਦ ਕਰਨ ਨੂੰ ਮੋਦੀ ਦਾ ਮਾਸਟਰ ਸਟ੍ਰੋਕ ਕਹਿ ਕੇ ਆਪਣੀ ਵਡਿਆਈ ਕਰਨ ਦੇ ਵਿੱਚ ਲੱਗੇ ਹੋਏ ਆ ਸਾਥੀਓ। ਸੋ ਜਿੰਦਾਬਾਦ ਜਿੰਦਾਬਾਦ, ਸੋ ਜਿੰਦਾਬਾਦ ਜਿੰਦਾਬਾਦ। ਸੋ ਸਾਥੀਓ, ਇਸੇ ਤਰ੍ਹਾਂ ਆਪਣਾ ਏਕਾ ਬਣਾ ਕੇ ਰੱਖੋ, ਇਸੇ ਤਰ੍ਹਾਂ ਜਿਹੜਾ ਹੈ ਆਪਣਾ ਹੌਸਲਾ ਬਰਕਰਾਰ ਰੱਖੋ। ਜਿੱਤ ਹਮੇਸ਼ਾ ਤੁਹਾਡੇ ਅੱਗੇ ਪਿੱਛੇ ਫਿਰੇਗੀ। ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਲੋਕਾਂ ਨੇ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੋਗਾ ਹਲਕੇ ਦੇ ਮੋਗਾ ਖਾਸ ਕਰੀ ਸ਼ਹਿਰ ਦੇ ਨੌਜਵਾਨੋਂ, ਭੈਣੋਂ, ਬਜ਼ੁਰਗੋ, ਬੱਚਿਓ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਿੱਥੋਂ ਢੂੰਡ ਕੇ ਲਿਆਵਾਂ ਜਿਹਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਕੁਝ ਮਹੀਨੇ ਪਹਿਲਾਂ ਇਹ ਲੱਗਦਾ ਸੀ ਕਿ ਹੰਕਾਰੀ ਜ਼ਾਲਮ ਇਹ ਪਾਰਟੀਆਂ ਦੇ ਲੀਡਰ ਲੋਕਾਂ ਦੀ ਗੱਲ ਸੁਣਨਗੇ। ਗੁਰਬਾਣੀ ਸੇਧ ਦਿੰਦੀ ਹੈ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ 1979 ਤੋਂ 1984 ਤੱਕ ਕੁਰਸੀ ਲਿਆ 1979 ਤੋਂ 1984 ਤੱਕ ਹਾਲਾਤ ਵਿਗੜ ਗਏ ਸੀ। ਦਾਸ ਨੂੰ 2 ਨੰਬਰ ਵਾਰਡ ਦਾ, ਮੈਂ ਮਾਫੀ ਚਾਹਨਾ, 2 ਨੰਬਰ ਵਾਰਡ ਦਾ MC ਲਿਆਂਦਾ ਸੀ। ਹਾਲਾਤ ਵਿਗੜ ਗਏ। 84 ਨੂੰ ਅਸੀਂ ਐਕਸਪਾਇਰ ਹੋ ਗਏ। 1992 ਤੱਕ ਮੋਗੇ ਵਾਲੇ ਯਾਦ ਰੱਖੋ, 1992 ਤੱਕ ਕੋਈ ਮਿਊਨਿਸਪਲ ਇਲੈਕਸ਼ਨ ਪੰਜਾਬ 'ਚ ਨਹੀਂ ਸੀ ਹੋਇਆ। ਐਤਕੀ ਕਿਹੜੀ ਆਫਤ ਆਈ ਸੀ? ਸਾਰਾ ਪੰਜਾਬ ਦਾ ਬਾਰਡਰ ਤੇ ਬੈਠਾ ਸੀ। ਮਹਾਰਾਜਾ ਅਮਰਿੰਦਰ ਸਿੰਘ ਦਾ ਹੁਣ ਸਾਰਾ ਕੁਝ ਸਾਬਤ ਹੋ ਗਿਆ ਕਿ ਉਹਨਾਂ ਦੇ ਨਾਲ ਸੀ, ਉਹਨੇ ਆਣ ਕੇ ਇਲੈਕਸ਼ਨ ਕਰਤੇ। ਤੇ ਸਾਡੀ ਪੰਜਾਬੀ ਪਾਰਟੀਆਂ ਦਾ ਇਹਨਾਂ ਦਾ ਕੀ ਬੇੜਾ ਬੈਠਾ ਸੀ। ਪੰਜਾਬ ਉੱਥੇ ਬੈਠਾ, ਇਹ ਚੰਡੀਆਂ ਲੈ ਕੇ MC ਇਲੈਕਸ਼ਨ ਲੜਦੇ ਫਿਰਦੇ ਸੀ। ਅਸੀਂ ਉਸ ਨੂੰ ਚੈਲੰਜ ਕਰਨ ਵਾਸਤੇ 2-4 ਸੱਜਣ ਆਏ, ਸੰਘਾ ਸਾਹਿਬ, ਕੁਲਦੀਪ ਸਿੰਘ ਜੀ, ਅਮਰ ਸਿੰਘ ਜੀ, ਮਹਿੰਦਰ ਸਿੰਘ ਜੀ, ਬੀਬੀ ਜਸਵੀਰ। ਅਸੀਂ ਫੈਸਲਾ ਕੀਤਾ ਅਸੀਂ ਤੁਹਾਡੇ ਪੈਰ ਚੁੰਮਦੇ ਹਾਂ ਜਿਹੜੇ ਤੁਸੀਂ ਅੱਜ ਬਣਾ ਕੇ ਸਾਨੂੰ ਇੰਨਾ ਹੌਸਲਾ ਦਿੱਤਾ ਹੈ। ਭਰਾਵੋ ਤੇ ਭੈਣੋ, ਬਾਬਾ ਨਾਨਕ ਕਹਿੰਦਾ ਹੈ ਨਾ ਬੜੀ ਖੁਸ਼ੀ ਕਰਨੀ ਹੈ ਨਾ ਕਿਸੇ ਤਕਲੀਫ ਤੋਂ ਡਰਨਾ ਹੈ। ਇਹ ਮੇਰਾ ਅਨੁਭਵ ਹੈ। ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਹੈ ਕਿ ਮੇਰਾ ਗਲਤ ਹੋਵੇ। ਰੱਸੀ ਸੜ ਗਈ ਹੈ, ਵੱਟ ਨਹੀਂ ਨਿਕਲਿਆ। ਜਿਸ ਬੇਈਮਾਨੀ ਨਾਲ ਪਾਸ ਕੀਤੇ ਸੀ ਉਸੇ ਬੇਈਮਾਨੀ ਨਾਲ ਰਿਜੈਕਟ ਕੀਤੀ ਹੈ। ਇਹਦਾ ਮਤਲਬ ਹੈ ਕੋਈ। ਸੋ ਮੈਂ ਜਿਹੜੀ ਹੱਥ ਜੋੜ ਕੇ ਬੇਨਤੀ ਕਰਦਾ, ਜੋ ਤੁਸੀਂ ਹੁਕਮ ਲਾਓਗੇ, ਆਪਾਂ ਇਹ ਲੋਕਾਂ ਦਾ ਫੋਰਮ ਹੈ, ਅਸੀਂ ਕਿਸੇ ਪਾਰਟੀ ਦਾ ਫੋਰਮ ਨਹੀਂ ਬਣਾਉਣ ਦਿੱਤਾ। ਜੋ ਬੋਲੇ ਸੋ ਨਿਹਾਲ। ਜਿਹੜੇ ਵੀ ਸੱਜਣ ਆਏ ਆ ਮੋਸਟ ਵੈਲਕਮ। ਨੂੰ ਬੇਨਤੀ ਕੀਤੀ ਕਿ ਪਾਰਟੀ ਦੀ ਗੱਲ ਨਹੀਂ ਕਰਨੀ, ਲੋਕਾਂ ਦੀ ਕਰਨੀ ਹੈ, ਬੇਇਨਸਾਫੀ ਦੀ ਕਰਨੀ ਹੈ, ਸਾਡੇ ਏਕੇ ਦੀ ਕਰਨੀ ਹੈ। ਉਹਦਾ ਨਤੀਜਾ ਹੈ ਵਾਹਿਗੁਰੂ ਦੀ ਕਿਰਪਾ ਹੋਈ, ਕਿਉਂਕਿ ਕਿਸਾਨਾਂ ਦੇ ਲੀਡਰਾਂ ਨੂੰ ਵੀ ਪੁੱਛਿਆ ਗਿਆ ਕਿ ਇੰਟਰਨੈਸ਼ਨਲ ਕਿਵੇਂ ਬਣਿਆ। ਉਹ ਕਹਿੰਦੇ ਸਾਨੂੰ ਨਹੀਂ ਪਤਾ, ਤਾਂ ਵਾਹਿਗੁਰੂ ਦੀ ਕਿਰਪਾ ਹੈ। ਜਦੋਂ ਅਸੀਂ ਬੋਲੇ ਸੋ ਨਿਹਾਲ ਕਰਦੇ ਆ, ਉਦੋਂ ਮੈਂ ਪੜ੍ਹਿਆ ਇਸ ਨਾਰੇ ਜੋ ਸ਼ਕਤੀ ਹੈ 1817 ਦੀ ਇੰਟਰਨੈਸ਼ਨਲ ਲੜਾਈ ਵੇਲੇ ਇਟਲੀ ਦੇ ਵਿੱਚ
ਗ੍ਰੀਕ ਦੇ ਵਿੱਚ ਔਰ ਅਫਰੀਕਾ ਦੇ ਵਿੱਚ ਜਦੋਂ ਹਿੰਦੁਸਤਾਨੀ ਪੰਜਾਬੀ ਅੰਗਰੇਜ਼ਾਂ ਦੇ ਥੱਲੇ ਜਿਹੜੇ ਫੌਜੀ ਸੀ, ਉੱਥੇ ਵੀ ਜਦੋਂ ਇਹ ਨਾਰਾ ਬੋਲਦੇ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਆਪੋਜਿਟ ਬੰਦੇ ਬੰਦੂਕਾਂ ਛੱਡ ਕੇ ਭੱਜ ਜਾਂਦੇ ਸੀ। ਸਤਿ ਸ੍ਰੀ ਅਕਾਲ। ਸੋ ਮੈਂ ਬੜਾ ਲੰਬਾ ਨਾ ਜਾਂਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਹੋਇਆ। ਇਹ ਇੱਕ ਲੰਡਨ ਦੇ ਵਿੱਚ ਜਿਹੜਾ ਮੈਂ ਦੇਖਿਆ ਇੱਕ ਹਾਈਡ ਪਾਰਕ ਹੈ। ਉਹ ਹਾਈਡ ਪਾਰਕ ਦਾ ਵੀ ਮਤਲਬ ਹੈ ਪਰਮਾਨੈਂਟਲੀ 24 ਘੰਟੇ ਸਟੇਜ ਖੁੱਲੀ ਰਹਿੰਦੀ ਹੈ। ਉੱਥੇ ਜਿਹਦੇ ਨਾਲ ਬੇਈਮਾਨੀ ਹੁੰਦੀ ਹੈ, ਜਿਹਦੇ ਨਾਲ ਤਕਲੀਫ ਹੁੰਦੀ ਹੈ, ਉੱਥੇ ਜਾ ਕੇ ਆਪਣੀ ਗੱਲਬਾਤ ਕਰ ਸਕਦਾ ਹੈ। ਜੇ ਤੁਸੀਂ ਆਗਿਆ ਦਿਓ, ਆਪਾਂ ਆਉਣ ਵਾਲੇ ਸਮੇਂ 'ਚ ਜੋਗਿੰਦਰ ਸਿੰਘ ਸੂਬੇਦਾਰ ਜੀ ਨੇ ਕੁਰਬਾਨੀ ਕੀਤੀ ਹੈ, ਉਹਦੀ ਯਾਦ ਦੇ ਵਿੱਚ ਇਹ ਅਸੀਂ ਇੱਕ ਫੋਰਮ ਇਕੱਠਾ ਕਰ ਲਈਏ। ਜਦੋਂ ਵੀ ਕਿਸੇ ਸੰਸਥਾ ਨੂੰ, ਕਿਸੇ ਭਾਈਚਾਰੇ ਨੂੰ ਹੋਵੇ, ਆਪਾਂ ਇੱਥੇ ਬੇਇਨਸਾਫੀ ਦੇ ਅਗੇਂਸਟ ਆਪਣਾ ਝੰਡਾ ਉੱਚਾ ਕਰੀਏ। ਇਹ ਤੁਹਾਡੇ ਤੇ ਡਿਪੈਂਡ ਕਰਦਾ। ਜੇ ਤੁਸੀਂ ਇਸ ਤੇ ਸਾਨੂੰ ਆਗਿਆ ਦਿਓਗੇ ਤਾਂ ਇਹ ਆਪਾਂ ਨੂੰ ਬਣਾ ਲੈਣਾ ਚਾਹੀਦਾ, ਕਿਉਂਕਿ 22 ਤੇ 24 ਬਹੁਤ ਵੱਡੇ ਇਮਤਿਹਾਨ ਹੈ। ਬੋਲੇ ਸੋਨਿਹਾ ਪੰਜਾਬੀਆਂ ਦਾ, ਹਿੰਦੁਸਤਾਨੀਆਂ ਦਾ ਇਮਤਿਹਾਨ ਹੈ। ਬੇਈਮਾਨਾਂ ਨੂੰ ਕੱਢਣਾ ਹੈ। ਇੱਕ ਮੇਰੀ ਜਿਹੜੀ ਜਾਣਕਾਰੀ ਆ ਭਾਈ ਸਾਹਿਬ ਭੈਣੋ, ਉਹ ਖਿਆਲ ਰੱਖੋ, ਸਾਰੇ 4000 ਗੁੰਡੇ ਆ ਜਿਹੜੇ ਹਿੰਦੁਸਤਾਨ ਨੂੰ ਲੁੱਟੀ ਬੈਠੇ ਆ, ਔਰ ਤੁਸੀਂ 1 ਕਰੋੜ ਤੇ 38 ਨਹੀਂ 1 ਅਰਬ 38 ਲੱਖ ਤੁਸੀਂ ਹੈਗੇ ਆ, 4000 ਨਹੀਂ ਕਾਬੂ ਹੁੰਦੇ। ਕੀ ਫਾਰਮੂਲਾ ਹੈ? ਰੰਗ ਕਿਰਪਾਨ ਚੱਕਣੀ ਪੈਂਦੀ ਸੀ, ਜਾਨ ਦੇਣੀ ਪੈਂਦੀ ਸੀ, ਹੁਣ ਤਾਂ ਕੋਈ ਨਹੀਂ ਦੇਣਾ ਪੈਂਦਾ। ਹੁਣ ਤਾਂ ਹਈ ਏਕਾ ਕਰਨਾ ਹੈ, ਭਾਈਚਾਰਾ ਰੱਖਣਾ ਹੈ, ਭੈਣਾਂ ਦੀ ਇੱਜ਼ਤ ਕਰਨੀ ਹੈ ਔਰ ਅੱਗੇ ਵਧਣਾ ਹੈ। ਮੈਂ ਕਿਹਦਾ ਨਾਂ ਲਵਾਂ ਜਿਨ੍ਹਾਂ ਨੇ ਬਹੁਤ ਨਵਾਜਿਆ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਮੈਂ ਜੇ ਭੁੱਲ ਜੂੰਗਾ ਕਿਸੇ ਦਾ, ਉਹ ਭੈਣ ਭਰਾ ਮੇਰੇ ਨਾਲ 2 ਮਹੀਨੇ ਤੱਕ ਟੈਲੀਫੋਨ ਨਹੀਂ ਕਰਦੀ। ਸੋ ਮੈਂ ਕਿਸੇ ਦਾ ਨਾਂ ਨਾ ਲੈਂਦਾ ਹੋਇਆ ਸਭ ਦਾ ਤੁਹਾਡਾ ਧੰਨਵਾਦ ਕਰਦਾ। ਬਹੁਤ ਸ਼ੁਕਰੀਆ। ਆਪਾਂ ਇਕੱਠੇ ਹੁੰਦੇ ਰਹਿਣਾ ਹੈ। ਆਪਾਂ, ਤੁਸੀਂ ਲੀਡਰ ਹੋ। ਇੱਕ ਬੰਦਾ ਜਿਹੜਾ ਮੈਂ ਦੇਖ ਰਿਹਾ, ਤੁਹਾਡੇ ਕੋਲ 1000 ਬੰਦੇ ਨੂੰ ਤਕੜਾ ਕਰਨ ਦੀ ਲੋੜ ਹੈ, ਕਿਉਂਕਿ ਇਹਨਾਂ ਨੇ 74 ਸਾਲ ਦੇ ਵਿੱਚ ਲੋਕਾਂ ਦਾ ਜ਼ਮੀਰ ਬਹੁਤ ਨੀਵਾਂ ਕਰਤਾ। ਆਪਾਂ ਅਰਦਾਸਾਂ ਕਰੀਏ ਕਿ ਇਕੱਠੇ ਹੋ ਕੇ ਇਸ ਨੂੰ ਹੋਰ ਅੱਗੇ ਵਧਾਈਏ। ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਦਾ ਹੋਇਆ ਇਹ ਮੋਗੇ ਵਾਲਾ ਮੋਰਚਾ ਮੁਲਤਵੀ ਕੀਤਾ ਜਾਂਦਾ। ਜਦੋਂ ਕੋਈ ਸੱਦਾ ਆਏਗਾ ਮੇਰੇ ਕੋਲੇ ਤੁਹਾਡੇ ਧੰਨਵਾਦ ਨਾਲ ਤੁਸੀਂ ਸਭ ਨੇ ਟੈਲੀਫੋਨ ਦਿੱਤੇ ਹੈ, ਮੈਂ ਤੁਹਾਨੂੰ ਫਿਰ ਯਾਦ ਕਰਾਂਗਾ। ਤੇ ਜਿੰਨਾ ਚਿਰ ਮੇਰੀ ਸਵਾਸ ਹੈ, ਲੋਕਾਂ ਵਾਸਤੇ ਸੇਵਾ ਅਸੀਂ ਕਰਾਂਗੇ। ਅਸੀਂ ਕੋਈ ਇਲੈਕਸ਼ਨ ਨਹੀਂ ਲੜਨਾ, ਲੇਕਿਨ ਲੋਕਾਂ ਨੂੰ ਜਗਾਉਣਾ ਜ਼ਰੂਰ ਹੈ। ਤੁਸੀਂ ਜਾਗੇ ਹੋਏ ਆ, ਤੁਹਾਡੀ ਵੀ ਮੈਂ ਜ਼ਿੰਮੇਵਾਰੀ ਲਾ ਚੱਲਿਆ ਕਿ ਤੁਸੀਂ ਘੱਟੋ ਘੱਟ 1000 ਬੰਦੇ ਨੂੰ ਲਾਉਣਾ ਹੈ। ਮੇਰਾ ਇੱਕ ਫਾਰਮੂਲਾ ਪਲੀਜ਼ ਯਾਦ ਕਰ ਲਓ ਕਿ ਹਰ ਰੋਜ਼ 2 ਤੋਂ 5 ਜਾਣਿਆਂ ਨੂੰ ਟੈਲੀਫੋਨ ਕਰੋ, ਹਾਲਾਤ ਬਾਰੇ ਦੱਸੋ, ਪ੍ਰੇਰਨਾ ਕਰੋ ਔਰ ਨਾਲ ਉਹਨਾਂ ਨੂੰ ਕਹੋ ਕਿ 2 ਤੋਂ 5 ਜਾਣਿਆਂ ਨੂੰ ਰੋਜ਼ ਟੈਲੀਫੋਨ ਕਰੋ। ਕੋਈ ਔਖਾ ਕੰਮ ਨਹੀਂ ਹੈ ਔਰ ਇਸ ਦੇ ਨਾਲ ਏਕਾ ਵਧੇਗਾ, ਵਾਹਿਗੁਰੂ ਦੀ ਕਿਰਪਾ ਹੋਏਗੀ। ਤੇ ਮੈਂ ਹੁਣ ਉਹਨਾਂ ਦੇ ਸਨਮਾਨ 'ਚ ਨਾਅਰੇ ਲਾਊਂਗਾ ਜਿਨ੍ਹਾਂ ਖਾਤਰ ਇਹ ਕਦੇ ਵੀ ਇੰਟਰਨੈਸ਼ਨਲ ਅੰਦੋਲਨ ਨਹੀਂ ਸੀ ਬਣ ਸਕਦਾ, ਜਿਨ੍ਹਾਂ ਦੀ ਬਦੌਲਤ ਪੱਗ ਤੇ ਦਾੜੀ ਦੀ ਇੱਜ਼ਤ ਜਿਹੜੀ ਮਿਟ ਚੁੱਕੀ ਸੀ, ਜਿਹੜੀ ਬਹਾਲ ਕਰਤੀ। ਮੈਂ ਕਿਹੜੇ ਮੁਲਕ ਦੇ ਲੋਕਾਂ ਤੋਂ ਸਿੱਖੀ ਬਾਰੇ ਗੱਲਾਂ ਨਹੀਂ ਸੁਣੀਆਂ, ਉਹਨਾਂ ਨੂੰ ਸਾਡਾ ਸਤਿਕਾਰ ਦੇਣਾ ਬਣਦਾ। ਲਓ ਮੇਰਾ ਸਾਥ ਦਿਓ। ਪੰਜਾਬੀ ਜਵਾਨੀ ਜਿੰਦਾਬਾਦ, ਪੰਜਾਬੀ ਜਵਾਨੀ ਜਿੰਦਾਬਾਦ, ਪੰਜਾਬੀ ਜਵਾਨੀ ਜਿੰਦਾਬਾਦ, ਪੰਜਾਬੀ ਜਵਾਨੀ ਜਿੰਦਾਬਾਦ, ਪੰਜਾਬੀ ਜਵਾਨੀ ਜਿੰਦਾਬਾਦ। ਬੋਲੇ ਸੋਨਿਹਾ ਸ੍ਰੀ ਅਕਾਲ। ਬੋਲੇ ਸੋਨਿਹਾ ਸ੍ਰੀ ਅਕਾਲ। 5 ਕਰੋ। ਬੋਲੇ
ਬੋਲੇ ਸਤਿ ਸ੍ਰੀ ਅਕਾਲ। ਸਾਰੀ ਜਨਤਾ ਤੋਂ, ਸਾਰੇ ਭੈਣਾਂ ਭਰਾਵਾਂ ਤੋਂ ਆਗਿਆ ਮੰਗਦੇ ਆ। ਜਦੋਂ ਤੁਹਾਨੂੰ ਫਿਰ ਯਾਦ ਕਰਾਂਗੇ, ਜ਼ਰੂਰ ਸਾਨੂੰ ਮਿਹਰਬਾਨੀ ਕਰਕੇ ਇਕੱਠੇ ਹੋਵਾਂਗੇ। ਜਿਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।